ਆ ਦੇਖਿਓ, ਆ ਗਲਾਸ ਹੈ, ਆ ਗਲਾਸ ਦੇ ਵਿੱਚ ਮੈਂ ਪਾਣੀ ਪਾਉਣਾ ਹੈ। ਆ ਸੋਚੋ ਜੀ, ਆ ਗਲਾਸ ਭਰ ਗਿਆ ਜੀ। ਇਹ ਆ ਆਮ ਆਦਮੀ ਪਾਰਟੀ, 92 ਸੀਟਾਂ ਨੇ, ਤਾਂ ਕਰਕੇ ਮੈਂ ਥੋੜਾ ਜਿਹਾ ਊਣਾ ਛੱਡਤਾ। ਇਹ 117 ਨਹੀਂ ਆਈਆਂ, ਜੇ 117 ਹੁੰਦੀਆਂ ਪੂਰਾ ਭਰ ਦਿੰਦਾ। ਹੁਣ ਅੱਜ ਜਿਹੜੀ ਜਿਮਨੀ ਚੋਣ ਹੈ ਸੰਗਰੂਰ ਦੀ ਲੋਕ ਸਭਾ ਦੀ, ਇਹਦੇ ਵਿੱਚ ਅਗਰ ਤੁਸੀਂ ਸੋਚਦੇ ਹੋ ਇਹਨਾਂ ਨੂੰ ਵੋਟ ਪਾ ਕੇ ਪੰਜਾਬ ਦਾ ਫਾਇਦਾ ਹੋਊਗਾ, ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਸਰਕਾਰ ਤਾਂ ਆਲਰੇਡੀ ਉਹਨਾਂ ਦੀ 92 ਸੀਟਾਂ ਨਾਲ ਵੀ ਬਹੁਮਤ 'ਚ ਹੈਗੀ ਹੈ। ਅਗਰ ਤੁਸੀਂ ਇਹਨਾਂ ਨੂੰ ਵੋਟ ਪਾਉਂਦੇ ਹੋ ਤਾਂ ਆ ਲਓ, ਆ ਤੁਸੀਂ ਉਹਨਾਂ ਨੂੰ ਵੋਟ ਪਾਈ, ਚੱਕੋ ਜੀ, ਆ ਲਓ, ਆ ਵੋਟ ਪਾਈ, ਕਿਉਂਕਿ 9 ਵਿਧਾਨ ਸਭਾ ਸੀਟਾਂ ਹੁੰਦੀਆਂ ਨੇ ਇੱਕ ਲੋਕ ਸਭਾ ਦੇ ਵਿੱਚ। ਆ ਲਓ, ਆ ਡੁੱਲਣ ਲੱਗ ਪਿਆ ਪਾਣੀ। ਇਹਦਾ ਫਾਇਦਾ ਪੰਜਾਬ ਨੂੰ ਕੀ ਹੋ ਰਿਹਾ? ਉਹਨਾਂ ਦੀ ਸਰਕਾਰ ਤਾਂ ਪੰਜਾਬ 'ਚ ਆਲਰੇਡੀ ਹੈਗੀ ਹੈ। ਸਰਕਾਰ ਹੋਣ ਦੇ ਬਾਵਜੂਦ ਵੀ ਉਹ ਕੁਝ ਵੀ ਡਿਲੀਵਰ ਨਹੀਂ ਕਰ ਪਾ ਰਹੇ। ਸਿਰਫ ਤੁਹਾਨੂੰ ਗੱਲਾਂ ਬਾਤਾਂ, ਰੋਜ਼ ਛੋਟੀ ਮੋਟੀ ਖੁਸ਼ਖਬਰੀ, ਸਿਕਿਉਰਿਟੀ ਲੈ ਲਈ ਵਾਪਸ, VVIP ਕਲਚਰ ਖਤਮ ਕਰਤਾ ਤੇ ਉਹਦੀ ਭੇਂਟ ਚੜਾਤਾ ਸਿੱਧੂ ਮੂਸੇਵਾਲੇ ਨੂੰ। ਭਗਵੰਤ ਮਾਨ, ਰਾਘਵ ਚੱਡਾ ਤੇ ਕੇਜਰੀਵਾਲ, ਇਹਨਾਂ ਸਭ ਦੀਆਂ ਮੂਰਖਤਾਵਾਂ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਕੀਤਾ, ਐਡਵਰਟਾਈਜ਼ ਕੀਤਾ, ਟਵਿੱਟਰ ਤੇ ਪਾਇਆ, ਫੇਸਬੁੱਕ ਤੇ ਪਾਇਆ, ਹਰੇਕ ਅਖਬਾਰ 'ਚ ਦਿੱਤਾ ਜੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ। ਤੇ ਆਹ ਦੇਖ ਲਓ, ਆਹ ਹੋਇਆ ਹਸ਼ਰ। ਇਹਨੂੰ ਤੁਸੀਂ, ਇਹ ਪਾਵਰ ਦਾ ਪਾਣੀ ਹੈ ਸਾਥੀਓ। ਇਹਨੂੰ ਕੱਲਾ ਪਾਣੀ ਨਾ ਸਮਝੋ, ਇਹ ਪਾਵਰ ਦਾ ਪਾਣੀ ਹੈ। ਜਦੋਂ ਇੱਕੋ ਹੀ ਗਮਲੇ 'ਚ ਜ਼ਿਆਦਾ ਪਾਣੀ ਪਾ ਦੋਗੇ, ਉਹ ਪੌਦਾ ਮਰ ਜਾਂਦਾ ਹੁੰਦਾ। ਯਾਦ ਰੱਖਿਓ ਹਮੇਸ਼ਾ ਇਹ ਗੱਲ, ਕਿਸੇ ਵੀ ਆਪਣੇ ਬਜ਼ੁਰਗਾਂ ਨੂੰ ਪੁੱਛ ਲਓ, ਜਿਹੜੀ ਫਸਲ ਨੂੰ ਜਿੰਨਾ ਪਾਣੀ ਦੀ ਲੋੜ ਹੁੰਦੀ ਹੈ, ਜੇ ਉਸ ਤੋਂ ਪਾਣੀ ਜ਼ਿਆਦਾ ਪਾ ਦੋ ਤਾਂ ਉਹ ਪੌਦਾ ਮਰ ਜਾਂਦਾ ਹੁੰਦਾ। ਹੁਣ ਆਪਾਂ ਤਾਂ ਆ ਦੇਖੋ ਡੁੱਲੀ ਜਾਂਦਾ। ਇਹਨਾਂ ਤੋਂ ਤਾਂ ਜਿੰਨੀ ਪਾਵਰ ਤੁਸੀਂ ਦਿੱਤੀ ਹੈ ਉਹੀ ਨਹੀਂ ਸੰਭਲ ਰਹੀ। ਸੋ ਤੁਹਾਨੂੰ ਕਰਨਾ ਕੀ ਚਾਹੀਦਾ ਆ ਕਿ ਪੰਜਾਬ ਦਾ ਪ੍ਰੈਕਟੀਕਲੀ ਫਾਇਦਾ ਕਿੱਧਰ ਹੈ? ਆ ਇੱਧਰ BJP ਦੀ ਸਰਕਾਰ ਆਲਰੇਡੀ ਹੈਗੀ ਹੈ, ਉੱਥੇ ਬਹੁਮਤ ਦੀ ਸਰਕਾਰ ਹੈ ਦੇਸ਼ ਦੇ ਵਿੱਚ। ਸੈਂਟਰ ਤੋਂ ਬਿਨਾ ਪੰਜਾਬ ਦੀ ਜਾਂ ਕਿਸੇ ਵੀ ਸਟੇਟ ਦੀ ਗਤੀ ਹੈ ਨਹੀਂ। ਇਹ ਪ੍ਰੈਕਟੀਕਲ ਟਰੁੱਥ ਹੈ, ਤੁਹਾਨੂੰ ਮੰਨਣਾ ਹੀ ਪਊਗਾ। ਪੰਜਾਬੀਓ, ਸਿਰਫ ਦੇਸੀ ਉਦਾਹਰਨ ਹੈ, ਦਿਮਾਗ ਤੋਂ ਕੰਮ ਲਓ। ਸੈਂਟਰ ਤੋਂ ਇਹ ਭਗਵੰਤ ਮਾਨ ਪੈਸੇ ਲੈਣ ਜਾਂਦਾ, 1 ਲੱਖ ਕਰੋੜ ਦਾ ਪੈਕੇਜ, ਤੇ ਕੇਜਰੀਵਾਲ ਇਹਦਾ ਹੱਕਾ ਉਸੇ ਦਿਨ ਗਾਲਾਂ ਕੱਢ ਰਿਹਾ ਸੈਂਟਰ ਸਰਕਾਰ ਨੂੰ ਤੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ। ਤੇ ਫਿਰ ਕਿੱਥੋਂ ਪੈਸੇ ਮਿਲ ਜਾਣਗੇ ਬਈ? ਕੋਈ ਹਾਲਾਤ ਤਾਂ ਸੁਖਾਵੇਂ ਕਰਨੇ ਪੈਂਦੇ ਐ। ਕਦੀ ਆਪਣੇ ਆਲੇ ਦੁਆਲੇ ਦੇਖ ਲਓ, ਕਿਸੇ ਬੈਂਕ 'ਚੋਂ ਤੁਸੀਂ ਪੈਸੇ ਲੈਣ ਜਾਓ ਤੇ ਉਸੇ ਬੈਂਕ ਦੇ ਮੈਨੇਜਰ ਦੇ ਗਲ ਪੈ ਜਾਓ ਤੇ ਉਹਨੂੰ ਗਾਲਾਂ ਕੱਢਿਆਓ। ਇਹ ਕਦੀ ਨਹੀਂ ਹੋ ਸਕਦਾ। ਸੋ ਸਾਥੀਓ, ਅਗਰ ਆਪਾਂ ਇਹ BJP ਨੂੰ ਜਿਤਾਉਣੇ ਆ ਇੱਥੇ ਸੰਗਰੂਰ ਦੇ ਵਿੱਚ, BJP ਨੂੰ ਜਿਤਾਉਣ ਦਾ ਫਾਇਦਾ ਕੀ ਹੈ? BJP ਨੂੰ ਜਿਤਾਉਣ ਦਾ ਫਾਇਦਾ ਇਹ ਹੈ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਅਗਰ ਉੱਥੇ ਜਿੱਤ ਕੇ ਜਾਂਦੇ ਨੇ ਤਾਂ ਮੋਦੀ ਸਾਹਿਬ ਦੀ ਸੱਜੀ ਬਾਂਹ ਬਣਦੇ ਨੇ। ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲ ਦੋਸਤੀ ਦਾ ਹੱਥ ਵਧਾ ਰਹੀ ਹੈ। ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਨਾਲ ਪੰਜਾਬ ਦਾ ਯੋਗਦਾਨ, ਜਿਹੜਾ ਬਾਰਡਰਾਂ ਤੋਂ ਲੈ ਕੇ ਕਿਸਾਨਾਂ ਨੇ ਅੱਜ ਤੱਕ ਹਰੀ ਕ੍ਰਾਂਤੀ ਲਿਆਉਣ ਤੋਂ ਬਾਅਦ ਬਾਰਡਰ ਪ੍ਰੋਟੈਕਟ ਕਰਨ ਤੱਕ, 1947 ਦੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਜਿਹੜਾ ਹੋਇਆ ਕਾਂਗਰਸ ਦੀਆਂ ਨੀਤੀਆਂ, ਗਾਂਧੀ ਤੇ ਨਹਿਰੂ ਕਰਕੇ, ਉਹ ਸਭ ਮੋਦੀ ਸਾਹਿਬ ਨੂੰ ਯਾਦ ਹੈ। 1984 'ਚ ਜਿਹੜਾ ਕਾਂਗਰਸ ਨੇ ਕਤਲੇਆਮ ਕੀਤਾ ਪੰਜਾਬੀਆਂ ਦਾ, ਉਹ ਯਾਦ ਹੈ। ਸੋ ਸਾਥੀਓ, ਜੇ BJP ਨੂੰ ਵੋਟ ਜਾਂਦੀ ਹੈ ਤੁਹਾਡੀ, ਤਾਂ ਸੈਂਟਰ 'ਚ ਕੇਵਲ ਸਿੰਘ ਢਿੱਲੋਂ ਦਾ ਸਿੱਧਾ ਹੱਥ ਪੈਂਦਾ। ਕੇਵਲ ਸਿੰਘ ਢਿੱਲੋਂ ਜੀ ਜਿਹੜੇ ਵਾਅਦੇ ਕਰ ਰਹੇ ਨੇ, ਉਹ ਸਾਰੇ ਵਾਅਦੇ ਪੂਰੇ ਕਰਨਗੇ, ਕਿਉਂਕਿ 2 ਸਾਲ ਹੈ ਸਿਰਫ 2 ਸਾਲ ਲਈ ਸਰਦਾਰ ਕੇਵਲ ਸਿੰਘ ਢਿੱਲੋਂ 2024 ਤੱਕ MP ਰਹਿਣਗੇ। ਤੇ 2024 ਤੋਂ ਬਾਅਦ ਫਿਰ ਵੋਟਾਂ ਹੋਣੀਆਂ 2024 'ਚ, ਉਦੋਂ 13 ਸੀਟਾਂ ਤੇ ਵੋਟਾਂ ਹੋਣੀਆਂ ਨੇ। ਕੇਵਲ ਸਿੰਘ ਢਿੱਲੋਂ ਜੀ ਵੱਧ ਤੋਂ ਵੱਧ ਆਪਣਾ ਜ਼ੋਰ ਲਾ ਦੇਣਗੇ। ਇੱਕ ਮਜਬੂਰੀ ਵੀ ਬਣ ਜਾਂਦੀ ਹੈ ਬੰਦੇ ਦੀ ਵੀ ਬਈ ਮੈਨੂੰ 2024 'ਚ ਵੋਟ ਨਹੀਂ ਪੈਣੀ। ਅਗਰ ਤੁਸੀਂ ਮੈਨੂੰ ਇੱਥੇ ਜਿਹੜੀਆਂ ਮੈਂ ਲੋਕਾਂ ਨਾਲ ਵਾਅਦੇ ਪੂਰੇ ਕਰ ਰਿਹਾ ਮੋਦੀ ਸਾਹਿਬ, ਤਾਂ ਮੈਨੂੰ 2024 'ਚ ਵੋਟ ਇਕੱਲੇ ਮੈਨੂੰ ਨਹੀਂ, ਪੂਰੀਆਂ 12 ਸੀਟਾਂ ਤੇ ਵੀ ਨਹੀਂ ਪੈਣੀ ਜੀ। ਪ੍ਰੈਕਟੀਕਲ ਗੱਲ ਹੈ, ਪੰਜਾਬ ਦੇ ਫਾਇਦੇ ਦੀ ਗੱਲ ਕਰ ਰਿਹਾ। ਸੋ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਧ ਤੋਂ ਵੱਧ ਤਾਦਾਦ 'ਚ, ਜੋ ਆਲਰੇਡੀ ਪੰਜਾਬ ਨੂੰ ਪੈਕੇਜ ਦੇਣ ਆ ਰਹੇ ਸੀ ਸ਼੍ਰੀ ਨਰਿੰਦਰ ਮੋਦੀ ਜੀ, ਜਦੋਂ ਚੰਨੀ ਸਰਕਾਰ ਵੇਲੇ ਉਹਨਾਂ ਦੇ ਕਾਫਲੇ ਨੂੰ ਰਾਹ ਦੇ ਵਿੱਚੋਂ ਮੁੜਨਾ ਪੈ ਗਿਆ।
ਡਿਊ ਟੂ ਸਿਕਿਉਰਿਟੀ ਰੀਜ਼ਨਸ। ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਅਗਰ ਅਸੀਂ ਸੁਖਾਵਾਂ ਰਿਲੇਸ਼ਨ, ਅਸੀਂ ਬੀਜੇਪੀ ਨਾਲ ਅਗਰ ਸੁਖਾਵਾਂ ਰਿਲੇਸ਼ਨ ਨਹੀਂ ਰੱਖਦੇ ਤਾਂ ਸਾਥੀਓ ਪੰਜਾਬ ਹਾਰਦਾ, ਕੱਲਾ ਸੰਗਰੂਰ ਨਹੀਂ ਹਾਰਦਾ। ਸਾਡੀ ਦਿੱਕਤ ਇਹ ਰਹੀ ਹੈ, ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹ ਜਾਣਦੇ ਆ ਕਿ ਪੰਜਾਬੀ ਜਿੱਤ ਕੇ ਬਹੁਤ ਵਾਰੀ ਆਏ, ਪਰ ਦਾ ਪ੍ਰੋਬਲਮ ਇਜ਼ ਕਿ ਅਸੀਂ ਜਿੱਤਦੇ ਬਹੁਤ ਵਾਰੀ ਆ, ਪਰ ਅਸੀਂ ਜਿੱਤ ਨੂੰ ਆਪਣੇ ਫਾਇਦੇ 'ਚ ਕਨਵਰਟ ਨਹੀਂ ਕਰ ਪਾਉਂਦੇ। ਪੰਜਾਬ ਦੀ ਇਹ ਵੀ ਤਰਾਸਦੀ ਹੈ, ਜਿਹੜੀ ਚੀਜ਼ ਪਿਆਰ ਨਾਲ ਮਿਲਣੀ ਹੁੰਦੀ ਹੈ ਸਾਥੀਓ, ਅਸੀਂ ਉੱਥੇ ਵੀ ਆਕੜ ਕੇ ਲੈ ਲਾਂਗੇ, ਬਾਈ ਚੱਕ ਦੂਗਾ ਫਲਾਣਾ। ਉਹਦੇ ਨਾਲ ਕੀ ਹੈ, ਜਿਹੜੀ ਚੀਜ਼ ਪਿਆਰ ਨਾਲ ਬੰਦਾ ਕਹਿੰਦਾ ਯਾਰ ਮੈਂ ਪਿਆਰ ਨਾਲ ਹੀ ਦੇ ਦੇਣਾ ਤੁਹਾਨੂੰ, ਕੋਈ ਮੰਗਣ ਦਾ ਤਰੀਕਾ ਤਾਂ ਰੱਖੋ। ਰੱਬ ਦੇ ਕੋਲ ਵੀ ਆਪਾਂ ਜਾਂਦੇ ਆ, ਦੇਖੋ ਕਿੰਨਾ ਆਪਾਂ ਸਹਿਜ ਨਾਲ, ਸੂਝ ਨਾਲ ਨਹਾ ਧੋ ਕੇ ਹੈ ਨਾ, ਪੂਰਾ ਆਪਣੇ ਆਤਮਾ ਨੂੰ ਪਵਿੱਤਰ ਕਰਕੇ ਮੱਥਾ ਟੇਕਦੇ ਆ ਜਿੱਥੇ ਵੀ ਸਾਡਾ ਇਸ਼ਟ ਹੁੰਦਾ ਹੈ। ਇਹਦਾ ਮਤਲਬ ਸਾਨੂੰ ਪਤਾ ਹੈ ਪਰਮਾਤਮਾ ਤੋਂ ਇੱਜ਼ਤ ਅਦਬ ਨਾਲ ਮੰਗਣਾ ਹੈ। ਸੋ ਬਈ ਸਾਥੀਓ, ਜੇ ਆਪਾਂ ਭਾਰਤ ਸਰਕਾਰ ਤੋਂ ਵੀ ਕੁਝ ਲੈਣਾ ਹੈ, ਜਿੱਥੇ ਲੜੇ ਬਿਨਾ ਮਿਲ ਸਕਦਾ, ਜਿੱਥੇ ਲੜਨ ਦੀ ਗੱਲ ਸੀ ਕਿਸਾਨ ਅੰਦੋਲਨ ਵੇਲੇ, ਮੈਂ ਵੀ ਤੁਹਾਡੇ ਨਾਲ ਸੀ, ਹੌਬੀ ਧਾਲੀਵਾਲ ਤੁਹਾਡੇ ਨਾਲ ਸੀ, ਬਹੁਤ ਲੋਕ ਨੇ ਭਾਰਤੀ ਜਨਤਾ ਪਾਰਟੀ ਚ ਹੁੰਦੇ ਹੋਏ ਵੀ ਉਹ ਤੁਹਾਡੇ ਨਾਲ ਸੀ। ਜਾਇਜ਼ ਸੀਗੀ ਮੰਗ, ਅਸੀਂ ਨਾਲ ਖੜੇ ਆ। ਪਰ ਜਦੋਂ ਹੁਣ ਆਪਣੀ ਜਿੱਤ ਕਨਵਰਟ ਹੋ ਗਈ, ਉਹ ਤੋਂ ਬਾਅਦ ਜਦੋਂ ਸਾਡੇ ਵੱਲ ਸੈਂਟਰ ਦਾ ਹੱਥ ਸੁਖਾਵਾਂ ਆ ਰਿਹਾ ਆ, 400 ਸਾਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕੇਸਰੀ ਨਿਸ਼ਾਨ ਝੁਲਾ ਕੇ ਲਾਲ ਕਿਲੇ ਤੇ ਹੁਣੇ ਹੀ ਪਿਛਲੇ ਮਹੀਨੇ ਮਨਾਇਆ ਗਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਮੋਦੀ ਸਾਹਿਬ ਅਤੇ ਰਾਸ਼ਟਰਪਤੀ ਦੇ ਪਰਸਨਲ ਦਖਲ ਤੋਂ ਬਿਨਾਂ ਇਹ ਖੁੱਲ ਨਹੀਂ ਸੀ ਸਕਦਾ, ਬੀਜੇਪੀ ਸਰਕਾਰ ਨੇ ਕੀਤਾ। ਸੱਜਣ ਕੁਮਾਰ 1984 ਦਾ ਕਾਤਲ, ਸਿੱਖਾਂ ਦਾ ਕਾਤਲ, ਉਹ ਅੱਜ ਜੇਲ੍ਹ 'ਚ ਬੈਠਾ, ਤੇ ਹੋਰ ਬਹੁਤਿਆਂ ਦੀਆਂ ਇਨਕੁਆਇਰੀਆਂ ਖੁੱਲੀਆਂ ਹੋਈਆਂ ਨੇ। ਜਿਹੜੀ ਸਰਕਾਰ ਆਪਣੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ ਤੇ ਉਹੀ ਸਮਰੱਥ ਹੈ ਸਾਥੀਓ। 2024 ਤੱਕ ਮੋਦੀ ਸਾਹਿਬ ਦੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਦੀ ਸਾਡੀ ਸਰਕਾਰ ਹੈ ਦੇਸ਼ ਦੇ ਵਿੱਚ। 2024 ਤੋਂ ਬਾਅਦ 2029 ਤੱਕ ਫਿਰ ਭਾਰਤੀ ਜਨਤਾ ਪਾਰਟੀ ਦੀ ਵੀ ਸਰਕਾਰ ਬਣਨੀ ਹੈ, ਕਿਉਂਕਿ ਜਿਹੜੀ ਕਾਂਗਰਸ ਹੈ ਉਹ ਤਾਂ ਬਿਲਕੁਲ ਹਾਸ਼ੀਏ ਤੇ ਚੱਲ ਗਈ। ਫਿਰ ਤੇ ਲੰਗੜੇ ਘੋੜੇ ਤੇ ਦਾ ਕਿਹੜਾ ਲਾਊਗਾ, ਮੈਨੂੰ ਇਹ ਦੱਸੋ। ਤੁਸੀਂ ਕੋਈ ਵੀ ਸਪੋਜ਼ ਕਰੋ ਕੋਈ ਕੰਮ ਕਰਨ ਲੱਗੇ ਹੋ, ਜਿਹੜੇ ਕੰਮ 'ਚ ਘਾਟਾ ਆ, ਜਿਹਦੇ 'ਚ ਤੁਹਾਡਾ ਪੈਸਾ, ਤੁਹਾਡਾ ਵਿਸ਼ਵਾਸ, ਤੁਹਾਡੀ ਟਾਈਮ, ਮਨੀ, એનર્ਜੀ ਡੁੱਬਣਾ, ਕੀ ਤੁਸੀਂ ਉੱਥੇ ਪੈਸਾ ਇਨਵੈਸਟ ਕਰੋਗੇ? ਨਹੀਂ ਕਰੋਗੇ ਨਾ। ਤਾਂ ਆਪਣੀ ਜਿਹੜੀ ਵੋਟ ਹੈ, ਅਗਰ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਕਾਂਗਰਸ ਨੂੰ ਪਾਉਣ ਦੀ ਇੱਥੇ ਜਿਮਨੀ ਚੋਣ ਸੋਚ ਰਹੇ ਹੋ ਤਾਂ ਫਾਇਦਾ ਕੀ ਹੈ? ਕਾਂਗਰਸ ਦੀ ਸਰਕਾਰ ਹੀ ਹੈ ਨਹੀਂ ਉੱਥੇ ਯਾਰ। ਤੇ 2024 ਤੋਂ ਬਾਅਦ 2029 ਤੱਕ ਤਾਂ ਲਿਖ ਕੇ ਲੈ ਲਓ ਕਿ ਇਹਨਾਂ ਦੀ ਸਰਕਾਰ ਆਉਣੀ ਵੀ ਹੈ ਨਹੀਂ। ਸੋ 2029 ਤੱਕ ਸਾਡੇ ਪੰਜਾਬ ਦਾ, ਸੰਗਰੂਰ ਦਾ ਫਾਇਦਾ ਕਿੱਥੇ ਹੈ? ਭਾਰਤੀ ਜਨਤਾ ਪਾਰਟੀ ਦੀ ਹੀ ਜਦ ਸਰਕਾਰ ਹੈ ਤਾਂ ਕਿਉਂ ਨਾ ਆਪਾਂ ਅਦਬ ਨਾਲ, ਇੱਜ਼ਤ ਨਾਲ, ਆਪਣੀ ਅਣਖ ਨਾਲ ਸਮਝੌਤਾ ਕੀਤੇ ਬਿਨਾ, ਮੈਂ ਬਾਰ-ਬਾਰ ਕਹਿ ਰਿਹਾ, ਕੈਪੀਟਲ ਲੈਟਰਸ 'ਚ ਰੱਖਿਓ, ਆਪਣੀ ਪੰਜਾਬ ਦੀ, ਸਿੱਖ ਕੌਮ ਦੀ ਅਣਖ ਨਾਲ ਸਮਝੌਤਾ ਕੀਤੇ ਬਿਨਾ ਆਓ ਆਪਾਂ 2029 ਤੱਕ ਮੋਦੀ ਸਾਹਿਬ ਤੋਂ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ, ਭਾਰਤ ਸਰਕਾਰ ਤੋਂ ਫਾਇਦਾ ਲਈਏ। ਵੱਧ ਤੋਂ ਵੱਧ ਇੰਡਸਟਰੀ, ਵੱਧ ਤੋਂ ਵੱਧ ਐਜੂਕੇਸ਼ਨਲ ਇੰਸਟੀਟਿਊਸ਼ਨਸ, ਵੱਧ ਤੋਂ ਵੱਧ ਹਸਪੀਟਲਸ, ਗਰੀਬ ਭਲਾਈ ਸਕੀਮਾਂ ਦਾ ਲਾਭ ਜਿਹੜਾ ਆਲਰੇਡੀ ਉੱਥੋਂ ਆ ਰਿਹਾ, ਪਰ ਗਰੀਬਾਂ ਤੱਕ ਕਈ ਚੀਜ਼ਾਂ, ਕਈ ਸਕੀਮਾਂ ਨੇ ਕੋ ਫਿਰ ਕਾਂਗਰਸ ਆਪਣਾ ਸਟੈਂਪ ਲਾ ਕੇ ਭੇਜ ਦਿੰਦੀ ਅਸੀਂ ਕੀਤਾ, ਜਦ ਕਿ ਕੀਤਾ ਕੇਂਦਰ ਸਰਕਾਰ ਨੇ ਹੁੰਦਾ। ਸੋ ਚਲਾਕੀ ਤੇ ਚੁਸਤੀ ਸਮਝਣ ਦੀ ਕੋਸ਼ਿਸ਼ ਕਰੋ ਇਹਨਾਂ ਦੀ ਸਾਥੀਓ। ਮੈਂ ਤਾਂ ਦੇਖੋ ਬਿਲਕੁਲ ਦੇਸੀ ਗੱਲਾਂ ਕਰਕੇ ਆਪਣਾ ਪੱਖ ਰੱਖਦਾ ਹੁੰਨਾ। ਜਿਹੜੀਆਂ ਔਰਤਾਂ ਨੂੰ 1000 ਰੁਪਇਆ ਦੇਣਾ ਸੀ, ਕਿਸੇ ਪਿੰਡ 'ਚ ਮਿਲ ਗਿਆ 1000 ਰੁਪਇਆ ਤੁਹਾਨੂੰ, ਅਗਰ ਤੁਸੀਂ ਇਸ ਵਾਰੀ ਸੰਗਰੂਰ ਦੇ ਵਿੱਚ ਭਗਵੰਤ ਮਾਨ ਦਾ ਗਰੂਰ ਤੋੜ ਦਿੰਦੇ ਹੋ। ਸੰਗਰੂਰ ਵਾਲਿਓ, ਮਲਵਈ ਇਲਾਕੇ ਦੇ ਕ੍ਰਾਂਤੀਕਾਰੀ ਲੋਕੋ, ਤੁਸੀਂ ਸਭ ਤੋਂ ਪਹਿਲਾਂ ਨਵਾਂ ਫੈਸ਼ਨ ਪਹਿਚਾਣਦੇ ਹੋ। ਅਗਰ ਇਸ ਸੰਗਰੂਰ ਦੇ ਵਿੱਚ ਭਗਵੰਤ ਮਾਨ ਦਾ ਗਰੂਰ ਤੇ ਕੇਜਰੀਵਾਲ ਦਾ ਗਰੂਰ ਤੁਸੀਂ ਇਸ ਵਾਰੀ ਤੋੜ ਦਿੰਦੇ ਹੋ ਤਾਂ ਪੰਜਾਬ ਦਾ ਫਾਇਦਾ ਹੋ ਜੂ, ਲਿਖਾ ਕੇ ਲੈ ਲਓ। ਫਿਰ ਇਹ ਤੁਹਾਡੇ ਕੁੱਤਿਆਂ ਦੇ ਚਿੱਚੜ ਵੀ ਕੱਢਣ ਆਉਣਗੇ, ਤੁਹਾਨੂੰ ਫਾਇਦੇ ਦੇਣਗੇ।
केजरीवाल को अरे क्या हो गया भगवंत, ये क्या हो गया भाई, ये तो यार ये तो संगरूर वाले तो रूठ गए। ਭਗਵੰਤ ਨੂੰ ਆਪਣੇ ਆਪ ਨੂੰ ਹੱਥਾਂ ਪੈਰਾਂ ਦੀ ਪੈ ਜਾਊਗੀ ਵੀ ਜਿਹੜੀ ਮੇਰੀ ਸਰਜ਼ਮੀਨ ਸੀ, ਜਿੱਥੋਂ ਮੇਰਾ ਬੀਜ ਲੱਗਿਆ, ਇਹ ਮੇਰੇ ਨਾਲ ਕਿਉਂ ਰੁੱਸ ਗਏ? ਇਹ ਇਸ ਲਈ ਰੁੱਸ ਗਏ ਕਿਉਂਕਿ 50% ਔਰਤਾਂ ਦੀ ਵੋਟ 1000 ਰੁਪਏ ਪਿੱਛੇ ਇਹਨਾਂ ਨੇ ਕਰਪਸ਼ਨ, ਇਨਡਾਇਰੈਕਟ ਕਰਪਸ਼ਨ, ਔਰਤਾਂ ਨੂੰ ਲੋਲੀਪੌਪ ਦੇ ਕੇ ਲਾਰੇ ਲਾ ਕੇ ਕਿ ਅਸੀਂ 1000 ਰੁਪਇਆ ਪ੍ਰਤੀ ਔਰਤ ਦੇਵਾਂਗੇ, ਗੁੰਮਰਾਹ ਕੀਤਾ। ਸਜ਼ਾ ਕੌਣ ਭੁਗਤ ਰਿਹਾ? ਪੰਜਾਬ। 300 ਯੂਨਿਟ ਫ੍ਰੀ ਦੇਵਾਂਗੇ 1 ਅਪ੍ਰੈਲ ਤੋਂ। ਜਦੋਂ ਕੁਝ ਨਾ ਬਣਿਆ ਫਿਰ ਇਹਨਾਂ ਨੇ ਹੋਰ ਸਕੀਮ ਲਾਤੀ, ਸਿਰਫ ਇਸ ਵਰਗ ਨੂੰ ਮਿਲੂਗਾ, ਦੂਜੇ ਵਰਗ ਨੂੰ ਨਹੀਂ ਮਿਲੂਗਾ। ਫਿਰ ਜਦੋਂ ਬੈਕਫਾਇਰ ਕਰ ਗਿਆ ਫਿਰ ਕਹਿੰਦੇ 1 ਜੁਲਾਈ ਤੋਂ ਦੇਵਾਂਗੇ। ਠੇਕੇ ਤੋੜਨੇ ਸੀ ਇਹਨਾਂ ਨੇ ਜੀ, ਕਹਿੰਦੇ ਅਸੀਂ 1 ਜੁਲਾਈ ਤੋਂ ਠੇਕੇ ਦਾਰੂ ਸਸਤੀ ਕਰਾਂਗੇ। ਕਿਉਂਕਿ ਸੰਗਰੂਰ ਦੀਆਂ ਵੋਟਾਂ ਆ ਗਈਆਂ ਤਾਂ ਦਾਰੂ ਸਸਤੀ ਕਰਤੀ, ਕਿਉਂਕਿ ਪੰਜਾਬੀ ਤਾਂ ਸਾਰਾ ਹੀ ਪੰਜਾਬੀ ਸ਼ਰਾਬੀ ਹੋਈ ਫਿਰਦਾ ਹੈ ਨਾ। ਪੰਜਾਬੀਆਂ ਨੂੰ ਦਾਰੂ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੈ। ਨਸ਼ੇ 'ਚ ਬੰਦਾ ਕਿਉਂ ਕਹਿੰਦੇ ਐ, ਲਿਖਿਆ ਹੁੰਦਾ ਬਾਰ-ਬਾਰ ਸਾਰੀ ਦੁਨੀਆ 'ਚ, ਕਿਤੇ ਵੀ ਚਲ ਜਾਓ ਦਾਰੂ ਪੀ ਕੇ ਗਾੜੀ ਮਤ ਚਲਾਓ। ਤੇ ਦਾਰੂ ਸਸਤੀ ਕਰਕੇ ਇਨਡਾਇਰੈਕਟਲੀ ਇਹ ਤੁਹਾਨੂੰ ਲੋਲੀਪੌਪ ਦਿੱਤਾ ਗਿਆ ਕਿ ਬਿਜਲੀ ਵਾਲਾ ਵਾਅਦਾ ਪੂਰਾ ਨਹੀਂ ਹੋਇਆ, 1000 ਰੁਪਏ ਔਰਤਾਂ ਵਾਲਾ ਨਹੀਂ ਹੋਇਆ। ਹੁਣ ਜਾਓ, ਹੁਣ ਦਾਰੂ ਸਸਤੀ ਹੋ ਗਈ, ਪੀਓ, ਤੇ ਜਿਹੜੇ ਕੋਈ ਘਰੇ ਜਾ ਕੇ ਕਲੇਸ਼ ਕਰਦੇ ਆ ਦਾਰੂ ਪੀ ਕੇ, ਕੰਟੀਨਿਊ ਇੰਜੋਏ ਕਰੋ। ਕਿਉਂਕਿ ਭਗਵੰਤ ਮਾਨ ਖੁਦ ਉਹਦੇ ਤੇ ਦੋਸ਼ ਲੱਗਦੇ ਰਹੇ ਆ ਬਰਗਾੜੀ ਵੇਲੇ ਤੋਂ ਲੈ ਕੇ ਅੱਜ ਤੱਕ ਕਿ ਤਲਵੰਡੀ ਸਾਬੋ ਵੀ ਬਾਈ ਟਨ ਹੋ ਕੇ ਵੇਂਦਾ। ਔਰ ਜਿਹੜੇ ਕੋਈ ਸ਼ਰਾਬ ਪੀਂਦੇ ਆ ਉਹਨਾਂ ਨੂੰ ਪਤਾ ਲੱਗਦਾ ਚਿਹਰੇ ਮੋਹਰੇ ਤੇ ਉਹ ਕਿ ਬੰਦੇ ਨੇ ਕਈ ਵਾਰੀ ਦਿਨੇ ਵੀ ਇਹਨੇ ਪੀਤੀ ਹੁੰਦੀ ਆ, ਲੋਕ ਕੀ ਕਹਿੰਦੇ ਆ। ਇਹਦਾ ਪਰਸਨਲ ਮਾਮਲਾ, ਮੈਂ ਤਾਂ ਉਹਦੀ ਗੁੱਡ ਹੈਲਥ ਵਾਸਤੇ ਕਾਮਨਾ ਕਰੂੰਗਾ ਵੀ ਬਾਈ ਬਹੁਤ ਵੱਡਾ ਅਹੁਦਾ ਮਿਲਿਆ ਜ਼ਿੰਦਗੀ 'ਚ ਨਾ, ਕਈ ਚੀਜ਼ਾਂ ਉਦੋਂ ਛੱਡ ਦੇਣੀਆਂ ਚਾਹੀਦੀਆਂ ਜਦੋਂ ਪ੍ਰਮਾਤਮਾ ਇੱਕ ਸਭ ਤੋਂ ਉੱਚ ਅਹੁਦਾ ਦੇ ਦੇਵੇ, ਪਰ ਤੇਰੇ ਤੋਂ ਵੀਰੇ ਤੇਰੇ ਹੱਡਾਂ 'ਚ ਰਚ ਗਿਆ ਉਹ ਕੰਮ। ਇਹ ਬੰਦਾ ਪਹਿਲਾਂ ਜਿਹੜਾ ਝੁਕਦਾ ਜਾਂਦਾ, ਕੁੱਬਾ ਜਿਹਾ ਹੋਈ ਜਾਂਦਾ ਜਦੋਂ ਦਾ ਮੁੱਖ ਮੰਤਰੀ ਬਣਿਆ। ਮੈਂ ਕੁਝ ਵੀ ਨਹੀਂ ਯਾਰ, ਪ੍ਰਮਾਤਮਾ ਦੀ ਮਿਹਰ ਨਾਲ ਫਿਰ ਵੀ ਠੀਕ ਹੈ, ਮੇਰੇ ਵੀ ਹੈਲਥ ਹੈਜ਼ਰਡ ਹੋਏ ਨੇ। ਜਦੋਂ ਤੁਹਾਡੇ ਨਾਲ ਧੋਖਾ ਹੁੰਦਾ, ਕੇਜਰੀਵਾਲ ਵਰਗੇ ਬੰਦੇ ਤੁਹਾਨੂੰ ਇਨਕਲਾਬ ਦਾ ਲਾਰਾ ਲਾ ਕੇ ਤੁਹਾਡਾ ਕੈਰੀਅਰ ਨਸ਼ਟ ਕਰ ਦਿੰਦੇ ਆ, ਤੁਹਾਡੇ ਪਰਿਵਾਰ ਨੂੰ ਉਸ ਅੱਗ 'ਚੋਂ ਝੋਲਸਣਾ ਪੈਂਦਾ। ਮੈਂ ਨਹੀਂ ਕਹਿੰਦਾ ਮੇਰਾ ਨੁਕਸਾਨ ਨਹੀਂ ਹੋਇਆ, ਬਟ ਪ੍ਰਮਾਤਮਾ ਦੀ ਮਿਹਰ ਹੈ ਯਾਰ, ਮੱਥਾ ਚਮਕਦਾ ਦਿਖਦਾ, ਇਹ ਪ੍ਰਮਾਤਮਾ ਦੀ ਮਿਹਰ ਹੈ। ਬਹੁਤ ਮਾੜੇ ਟਾਈਮ 'ਚੋਂ ਲੰਘੇ ਆ ਪਰ ਚੜ੍ਹਦੀ ਕਲਾ 'ਚ। ਭਗਵੰਤ ਤੇ ਇੱਥੋਂ ਤਾਂ ਚੜ੍ਹਦੀ ਕਲਾ 'ਚ ਆ ਵੀਰ, ਤੇਰੀ ਚੰਗੀ ਸਿਹਤ ਦੀ ਮੈਂ ਕਾਮਨਾ ਕਰਦਾ। ਪ੍ਰਮਾਤਮਾ ਕੇਜਰੀਵਾਲ ਨੂੰ ਤੇਰਾ ਵਾਕਈ ਕਿਸੇ ਸਾਈਕੈਟਰਿਸਟ ਨੂੰ ਦਿਖਾ ਕੇ ਭਗਵੰਤ ਮਾਨ ਤੇਰਾ ਇਲਾਜ ਹੋਣਾ ਚਾਹੀਦਾ ਵੀਰ, ਤੂੰ ਡਿਪਰੈਸ਼ਨ 'ਚ ਹੈ, ਤੂੰ ਉਹ ਭਗਵੰਤ ਮਾਨ ਲੱਗ ਹੀ ਨਹੀਂ ਰਿਹਾ ਯਾਰ। ਸੋ ਸਾਥੀਓ, ਆਪਾਂ ਤਾਂ ਤੁਹਾਨੂੰ ਇੱਕੋ ਹੀ ਗੱਲ ਕਹਿੰਦੇ ਆ, ਭਾਰਤੀ ਜਨਤਾ ਪਾਰਟੀ ਦੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਵੋਟ ਪਾ ਕੇ ਸੰਗਰੂਰ ਦੇ ਵਿੱਚ ਆਓ ਇੱਕ ਅਕਲ ਦਾ ਡਿਸੀਜਨ ਲਈਏ, ਆਓ ਇੱਕ ਪ੍ਰੈਕਟੀਕਲ ਡਿਸੀਜਨ ਲਈਏ। 2 ਸਾਲ ਦੇ ਵਿੱਚ ਤੁਹਾਨੂੰ ਨੁਹਾਰ ਬਦਲਦੀ ਨਜ਼ਰ ਆਊਗੀ। ਤੁਹਾਨੂੰ 8 ਸਾਲ 'ਚ ਜੋ ਭਗਵੰਤ ਮਾਨ ਮੈਂਬਰ ਆਫ ਪਾਰਲੀਮੈਂਟ ਹੁੰਦੇ ਹੋਏ ਨਹੀਂ ਕਰ ਪਾਇਆ, ਕੇਵਲ ਸਿੰਘ ਢਿੱਲੋਂ ਜੀ ਦੀ ਮਜਬੂਰੀ ਵੀ ਹੋਊਗੀ ਤੇ ਆਪਣੀ ਜ਼ਿੱਦ ਵੀ ਹੋਊਗੀ ਕਿ ਮੈਂ ਕਰਨਾ ਆ। ਸੋ ਪੰਜਾਬ ਦਾ ਫਾਇਦਾ ਸੋਚੀਏ, ਆਓ ਕਿਸਾਨਾਂ ਦਾ, ਨੌਜਵਾਨਾਂ ਦਾ, ਆਓ ਆਪਾਂ ਆਪਣੀਆਂ ਧੀਆਂ ਭੈਣਾਂ ਦਾ ਫਾਇਦਾ ਦੇਖੀਏ, ਆਪਣੇ ਪੰਜਾਬ ਦਾ ਫਾਇਦਾ ਦੇਖੀਏ। ਆਓ ਆਪਾਂ ਵੱਧ ਤੋਂ ਵੱਧ ਇੰਡਸਟਰੀ, ਬਿਕੋਜ਼ ਕੇਵਲ ਸਿੰਘ ਢਿੱਲੋਂ ਜੀ ਇੰਡਸਟਰੀਅਲਿਸਟ ਨੇ, ਤੋ ਇਹੋ ਜਿਹੀਆਂ ਕਈ ਇੰਡਸਟਰੀਆਂ ਉਹ ਮੋਦੀ ਜੀ ਨੂੰ ਕਹਿ ਕੇ ਪਿਆਰ ਨਾਲ ਹੈ ਨਾ ਰੁੱਠ ਕੇ ਬੰਦਾ ਕਹਿੰਦਾ ਨਹੀਂ ਜੀ ਮੋਦੀ ਜੀ ਮੈਨੂੰ ਚਾਹੀਦਾ, ਮੇਰੇ ਸੰਗਰੂਰ ਚਾਹੀਦਾ, ਮੇਰੇ ਪੰਜਾਬ, ਚਲੋ ਇੱਥੇ ਦੇ ਦਿਓ ਜੀ, ਇੱਕ ਇੰਡਸਟਰੀ ਆ ਵੀ ਦੇ ਦਿਓ ਜੀ। ਉਹ ਬਈ ਜਿਹੜੀਆਂ ਵੱਡੀਆਂ ਇੰਡਸਟਰੀਆਂ ਇੱਥੇ ਆਉਣਗੀਆਂ, ਇੱਥੇ ਰੁਜ਼ਗਾਰ ਪੈਦਾ ਹੋਊਗਾ, ਪੰਜਾਬ ਪ੍ਰਫੁੱਲਿਤ ਹੋਊਗਾ। ਕਰਨ ਦੇ ਸਮਰੱਥ ਸੈਂਟਰ ਹੀ ਹੈ ਬਾਈ ਜੀ। ਪੰਜਾਬ ਤਾਂ ਕਰਜ਼ੇ 'ਚ ਡੁੱਬਿਆ ਹੋਇਆ, 9000 ਕਰੋੜ ਦਾ ਕਰਜ਼ਾ ਲੈ ਚੁੱਕਿਆ ਭਗਵੰਤ ਮਾਨ ਤੇ ਕੇਜਰੀਵਾਲ ਪੰਜਾਬ ਨੂੰ ਚਲਾਉਣ ਲਈ। ਕਿੱਥੋਂ ਦੇ ਦੇਣਗੇ ਯਾਰ 10000 ਕਰੋੜ ਰੁਪਇਆ ਹਰ ਮੰਥ? ਅਗਰ 1000 ਰੁਪਇਆ ਔਰਤਾਂ ਨੂੰ ਦੇਣਾ ਪੈਂਦਾ, ਕਿੱਥੋਂ ਦੇ ਲੈਣਗੇ? ਆਪਣੀ ਅਕਲ ਤੋਂ ਕੰਮ ਲਓ। 9000 ਕਰੋੜ ਕਰਜ਼ਾ ਲੈ ਚੁੱਕਿਆ, ਹੋਰ ਕਰਜ਼ਾ ਅਪਲਾਈ ਕੀਤਾ ਹੋਇਆ ਲੈਣ ਲਈ। ਬੀਬੀਓ ਨਹੀਂ ਮਿਲਣਾ, 1000 ਰੁਪਇਆ ਨਹੀਂ ਮਿਲਣਾ। ਇਸ ਕਰਕੇ ਇਹਨੂੰ ਸਬਕ ਸਿਖਾਓ ਤੁਸੀਂ। ਔਰਤਾਂ ਨਾਲ ਧੋਖਾ ਸਭ ਤੋਂ ਵੱਡਾ ਧੋਖਾ, ਮਾਂ ਧੋਖਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।